ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬੰਦ ਕਮਰਾ ਮੀਟਿੰਗ ਕਰਦੇ ਆ ਔਰ ਨਾਲ ਦੀ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਕੇਤ ਨੇ ਲਗਾਤਾਰ ਸਰਗਰਮ ਹੋਣ ਦੇ, ਔਰ ਸਾਡੇ ਕੋਲ ਇਹ ਸਰੋਤ ਪੁਖਤਾ ਕਰਦੇ ਆ ਕਿ ਰਣਨੀਤੀਕਾਰ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਨੇ, ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਆ, ਉਹਨਾਂ ਨੇ ਪਾਰਟੀ ਨੂੰ ਸਲਾਹ ਦਿੱਤੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਬਿਹਤਰ ਕੀਤਾ ਜਾ ਸਕਦਾ। ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਗਰਮ ਰਾਜਨੀਤੀ 'ਚ ਅੱਗੇ ਵਧ ਰਹੇ ਨੇ। ਉਸੇ ਸਮੇਂ ਜਦੋਂ ਨਵਜੋਤ ਸਿੰਘ ਸਿੱਧੂ ਕੱਲ ਇੱਕ ਵਾਰੀ ਮੁੜ ਕੇ ਆਪਣਾ ਅਹੁਦਾ ਗ੍ਰਹਿਣ ਕਰ ਲੈਂਦੇ ਆ ਔਰ ਬਹੁਤ ਸਾਰੇ ਦਾਅਵੇ ਕਰਦੇ ਆ। ਇਸੇ ਸਮੇਂ ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਿਹਾ ਕਿ ਚੁਣੌਤੀ ਭਰੇ ਸਮੇਂ 'ਚ ਪੰਜਾਬ ਦੇ ਔਖੇ ਸਮੇਂ ਦੇ ਵਿੱਚ ਅਕਾਲੀ ਦਲ ਨਾਲ ਜੁੜਨ ਦੀ ਲੋੜ ਹੈ, ਤਾਂ ਉਸੇ ਸਮੇਂ 'ਚ ਮਨਪ੍ਰੀਤ ਸਿੰਘ ਬਾਦਲ ਦੇਸ਼ ਦੀ ਵਿੱਤ ਮੰਤਰੀ ਕੋਲੋਂ ਇਸ ਸੂਬੇ ਲਈ ਵਿੱਤੀ ਪੈਕੇਜ ਦੀ ਮੰਗ ਕਰਦੇ ਆ। ਤੇ ਮੈਨੂੰ ਯਾਦ ਆਉਂਦਾ ਹੈ ਉਹ ਸਮਾਂ ਕਿ ਪਹਾੜੀ ਸੂਬਿਆਂ ਕੋਲ ਟੈਕਸ ਰਿਆਇਤਾਂ ਸੀ ਤੇ ਸਾਡੀ ਸਾਰੀ ਇੰਡਸਟਰੀ ਬਾਦਲ ਸਾਹਿਬ ਦੇ ਪੀਰੀਅਡ ਦੇ ਵਿੱਚ ਹੌਲੀ ਹੌਲੀ ਪਹਾੜੀ ਰਾਜਾਂ ਨੂੰ ਸ਼ਿਫਟ ਕਰ ਗਈ, ਪੰਜਾਬ ਛੁਣਛੁਣਾ ਵਜਾਉਂਦਾ ਰਹਿ ਗਿਆ। ਇਸੇ ਸਮੇਂ ਮੈਨੂੰ ਯਾਦ ਆਉਂਦੀ ਹੈ ਸਟੇਟਮੈਂਟ ਸਿਮਰਜੀਤ ਸਿੰਘ ਬੈਂਸ ਦੀ ਪਾਣੀਆਂ ਦੀ ਰਾਇਲਟੀ ਨੂੰ ਲੈ ਕੇ, ਪਾਣੀਆਂ ਦੇ ਸਮਝੌਤਿਆਂ ਨੂੰ ਲੈ ਕੇ ਤੇ ਪਾਣੀਆਂ ਦੇ ਸਮਝੌਤਿਆਂ ਨੂੰ ਰੱਦ ਕਰਨ ਦੇ ਮਾਮਲਿਆਂ ਨੂੰ ਲੈ ਕੇ। ਬਹੁਤ ਸਾਰੇ ਸਾਲਾਂ ਦੇ ਵਿੱਚ ਅਸੀਂ ਲੜਾਈਆਂ ਫੈਡਰਲ ਢਾਂਚੇ ਦੀਆਂ ਤੇ ਬਾਕੀ ਲੜਨੀਆਂ ਅਸੀਂ ਪਿੱਛੇ ਰਹਿ ਗਈਆਂ। ਸੱਤਾ ਦੀ ਲੜਾਈ ਸਾਨੂੰ ਲੜਨੀ ਆਉਂਦੀ ਆ। ਮੈਂ ਇਸੇ ਸਮੇਂ 'ਚ ਪੰਜਾਬ ਸਰਕਾਰ ਨੂੰ ਦੇਖਦਾ ਹਾਂ ਤਾਂ ਅਜੇ ਤੱਕ ਏਜੀ ਦੀ ਨਿਯੁਕਤੀ ਕਰਨੀ ਬਹੁਤ ਔਖੀ, ਟੇਢੀ ਖੀਰ ਹੋਊਗੀ। ਤੇ ਇਸੇ ਸਮੇਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਬਿਜਲੀ ਸਮਝੌਤਿਆਂ ਤੇ ਤੁਸੀਂ ਕੱਖ ਨਹੀਂ ਕਰਨਾ, ਤਾਂ ਫਿਰ ਮੈਨੂੰ ਸਰਕਾਰ ਦੇ ਨੀਅਤ ਤੇ ਸ਼ੱਕ ਹੋਣ ਲੱਗਦਾ ਹੈ। ਜਦੋਂ ਸਰਕਾਰ ਇਹ ਕਹਿ ਕੇ 4 ਦਿਨ ਤੋਂ ਸੌਂ ਜਾਂਦੀ ਹੈ ਕਿ ਅਸੀਂ ਕੋਈ ਜਾਂਚ ਕਰਾਵਾਂਗੇ, ਵਿਜੀਲੈਂਸ ਦੀ ਜਾਂਚ ਕਰਾਵਾਂਗੇ, ਬਿਜਲੀ ਸਮਝੌਤੇ ਜਿਨ੍ਹਾਂ ਨੇ ਪੰਜਾਬ ਦੇ ਘਰ ਘਰ 'ਚ ਲੁੱਟ ਪਾਈ, ਜਿਨ੍ਹਾਂ ਨਾਲ ਸਾਡੀ ਬਿਜਲੀ ਮਹਿੰਗੀ ਹੋ ਗਈ, ਜਿਨ੍ਹਾਂ ਨੂੰ ਸੁੱਤੇ ਪਿਆਂ ਬੰਦ ਥਰਮਲ ਨੂੰ ਅਸੀਂ ਪੈਸੇ ਘਰੋਂ ਘਰੀ ਭੇਜਦੇ ਰਹੇ ਸ਼ਗਨ ਦੇ ਰੂਪ 'ਚ, ਤੇ ਉਹਨਾਂ ਦੀ ਜਾਂਚ ਤਾਂ ਕੀ ਕਰਨੀ ਹੈ, ਅਜੇ ਤੱਕ ਪੂਣੀ ਨਹੀਂ ਕੱਤੀ ਗਈ, ਆਪਸੀ ਲੜਾਈ 'ਚੋਂ ਬਾਹਰ ਨਹੀਂ ਨਿਕਲੇ। ਅੱਜ ਸਥਿਤੀ ਨਾਜ਼ੁਕ ਹੈ। ਇਲੈਕਸ਼ਨ ਦੌਰ 'ਚ ਰਾਤਾਂ ਰਿਆਇਤਾਂ ਨੂੰ ਬਹੁਤ ਜ਼ੋਰ ਨਾਲ ਲੋਕ ਉਡੀਕਦੇ ਵੀ ਇਹਨਾਂ ਦਿਨਾਂ 'ਚ, ਬਿਨਾਂ ਪੈਸੇ ਤੋਂ ਬਹੁਤ ਅਨਾਉਂਸਮੈਂਟਸ ਵੀ ਹੋ ਜਾਂਦੀਆਂ ਤੇ ਲੜਾਈਆਂ ਅੰਦਰ ਆਪੇ ਮਿੱਥ ਕੇ ਵੀ ਕਰ ਲਈਆਂ ਜਾਂਦੀਆਂ। ਉਸੇ ਸਮੇਂ 'ਚ ਮੈਂ ਤੁਹਾਡੇ ਕੋਲ ਆਵਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨੂੰ ਕਿਵੇਂ ਦੇਖੀਏ? ਰਣਨੀਤੀਕਾਰਾਂ ਨੇ ਇਹ ਠੀਕ ਫੈਸਲਾ ਕੀਤਾ ਤੁਹਾਨੂੰ ਲੱਗਦਾ? ਆਉਂਦੇ ਦਿਨਾਂ ਦੇ ਵਿੱਚ ਰਵਾਇਤ ਤੇ ਨਵੀਂ ਤਰ੍ਹਾਂ ਦੀ ਪੋਲਿਟਿਕਸ ਵਿੱਚ ਪੂਰਾ ਗਹਿ-ਗੱਚ ਮੁਕਾਬਲਾ ਹੋਊਗਾ। ਰੰਧਾਵਾ ਜੀ, ਬੜੇ ਅਹਿਮ ਸਵਾਲ ਆ। ਔਰ ਪੰਜਾਬ ਦੀ ਰਾਜਨੀਤੀ ਨੂੰ ਅਸੀਂ ਜਦੋਂ ਵੀ ਵੇਖਦੇ ਹਾਂ ਤੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ। ਇਹ ਗੱਲ ਬਿਲਕੁਲ ਤੁਹਾਡੀ ਵਾਜਬ ਆ ਜੀ। ਦੂਸਰੀ ਗੱਲ ਇਹ ਆ ਕਿ ਅੱਜ ਲੱਗਦਾ ਹੈ ਕਿ ਜਦੋਂ ਸਾਨੂੰ ਇਹ ਲੱਗਣ ਲੱਗ ਗਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ 94-95 ਵਰਿਆਂ ਦੇ ਹੋ ਗਏ ਆ ਤੇ ਲਗਭਗ ਉਹ ਆਪਣੀ ਰਾਜਨੀਤੀ ਦੀ ਪਾਰੀ ਉਹਨਾਂ ਨੇ ਖੇਡ ਲਈ ਆ ਤੇ ਹੁਣ ਉਹ ਆਰਾਮ ਫਰਮਾਉਣਗੇ, 5 ਵਾਰੀ ਮੁੱਖ ਮੰਤਰੀ ਰਹਿ ਗਏ ਆ। ਲੇਕਿਨ ਪਿਛਲੇ ਦਿਨਾਂ ਦੌਰਾਨ ਉਹਨਾਂ ਨੂੰ ਦੁਬਾਰਾ, ਔਰ ਤੁਹਾਡੀ ਗੱਲ ਇਹ ਵਾਕਈ ਬੜੀ ਵਾਜਬ ਆ ਕਿ ਹੁਣ ਉਹਨਾਂ ਦੀ ਲੋੜ ਮਹਿਸੂਸ ਹੋਣ ਲੱਗ ਪਈ ਆ। ਔਰ ਆਪਾਂ ਨੂੰ ਇਹ ਵੀ ਗੱਲ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਸੁਖਬੀਰ ਸਿੰਘ ਬਾਦਲ ਹੋਣਾ ਦੀ ਪ੍ਰਧਾਨਗੀ ਹੇਠ, ਜਿਸ ਦੀ ਉਹਨਾਂ ਨੂੰ ਉਮੀਦ ਸੀ ਕਿ ਪਾਰਟੀ ਉੱਭਰ ਕੇ ਆਊਗੀ। ਪਿਛਲੀ ਵਾਰੀ ਜਿਹੜੀ ਪਾਰਟੀ 15 ਸੀਟਾਂ ਤੇ ਨਿਬੇੜਤੀ ਸੀ ਲੋਕਾਂ ਨੇ, ਕਈ ਉਹਦੇ ਕਾਰਨ ਸੀ, ਕਦੇ ਇਹਨਾਂ ਕਾਰਨਾਂ ਤੇ ਵੀ ਆਪਾਂ ਵਿਚਾਰ ਕਰ ਲਾਂਗੇ। ਇਸ ਵਾਰੀ ਉਹਨਾਂ ਨੂੰ ਉਮੀਦ ਸੀ ਕਿਉਂਕਿ 4.5 ਪੌਣੇ 5 ਸਾਲ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ, ਔਰ ਆਪਾਂ ਨੂੰ ਇਸ ਗੱਲ ਦਾ ਪਤਾ ਵੀ ਆ, ਤੇ ਸ਼ਾਇਦ ਸਾਡਾ ਨੰਬਰ ਇਸ ਵਾਰੀ ਲੱਗ ਜੇ। ਲੇਕਿਨ ਜੇ ਅਸੀਂ ਪਿਛਲੇ ਦਿਨਾਂ ਦੀ ਸਾਰੀਆਂ ਗਤੀਵਿਧੀਆਂ ਦੇਖ ਗਏ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਉਭਾਰ ਹੋਣਾ ਚਾਹੀਦਾ ਸੀ ਉਹ ਉਹਨਾਂ ਨਹੀਂ ਹੋ ਰਿਹਾ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ, ਔਰ ਸਰਵੇ ਹੋਣ ਚਾਹੇ ਲੋਕਾਂ ਦੀਆਂ ਗੱਲਾਂ ਹੋਣ, ਔਰ ਤੁਸੀਂ ਵੀ ਬਿਹਤਰ ਜਾਣਦੇ ਹੋ ਕਿ ਉਹ ਗੱਲ ਨਹੀਂ ਹੋ ਰਹੀ। ਜਿਸ ਤੱਕ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਸਵਾਲ ਆ, ਪਿਛਲੇ ਦਿਨਾਂ 'ਚ ਅਸੀਂ ਵੀ ਦੇਖਿਆ ਕਿ ਕਿਵੇਂ ਉਹ ਓਮ ਪ੍ਰਕਾਸ਼ ਚੌਟਾਲਾ ਹੋਣਾ ਨਾਲ ਮਿਲਣੀ ਕਰਦੇ ਆ, ਉਹਨਾਂ ਨਾਲ ਇੱਕ ਬੈਠਕ ਕਰਦੇ ਆ। ਉਸ ਦੀਆਂ ਤਸਵੀਰਾਂ ਸਾਰੀਆਂ ਮੀਡੀਆ ਨੂੰ ਵੀ ਜਾਰੀ ਕੀਤੀਆਂ ਜਾਂਦੀਆਂ ਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਇਹ ਮੁਲਾਕਾਤ ਆ ਉਸ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਆ। ਆਪਾਂ ਨੂੰ ਪਤਾ ਕਿ ਉਹਨਾਂ ਦੇ ਪਰਿਵਾਰਕ ਸਾਂਝ ਆ। ਹੁਣ ਆ ਗਈ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ। ਕੱਲ ਜਦੋਂ ਲੰਬੀ ਦੇ ਵਿੱਚ ਉਹ ਦਿਆਲ ਸਿੰਘ ਕੋਲਿਆਂ ਵਾਲੀ ਜਿਹੜੇ ਉਹਨਾਂ ਦੀ ਪਹਿਲੀ ਬਰਸੀ ਤੇ ਜਾਂਦੇ ਆ ਤੇ ਉੱਥੇ ਜਾ ਕੇ ਉਹ ਗੱਲ ਕਰਦੇ ਆ ਕਿ ਹੁਣ ਮੈਂ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ ਤੇ ਜਨਤਕ ਥਾਵਾਂ ਤੇ ਪਬਲਿਕ ਲਾਈਫ ਦੇ ਵਿੱਚ ਦੁਬਾਰਾ ਵਿਚਰਾਂਗਾ। ਦੇਖੋ, ਇਹ ਗੱਲ ਤੁਹਾਡੀ ਬਿਲਕੁਲ ਠੀਕ ਆ
ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰਤਾ ਕਿ ਸੁਖਬੀਰ ਸਿੰਘ ਬਾਦਲ ਹੋਣ, ਹਰਸਿਮਰਤ ਹੂੰ ਕੌਰ ਬਾਦਲ ਹੋਣ, ਚਾਹੇ ਹੂੰ ਬਿਕਰਮ ਸਿੰਘ ਮਜੀਠੀਆ, ਜੀ ਇਹ ਤਿੰਨੇ ਮਿਲ ਕੇ ਵੀ ਜਿਹੜਾ ਕੱਦ ਆ ਇਹਨਾਂ ਦਾ, ਉਹ ਕਦੇ ਵੀ ਹੂੰ ਪ੍ਰਕਾਸ਼ ਸਿੰਘ ਬਾਦਲ ਜਿੰਨਾ ਵੱਡਾ ਨਹੀਂ ਬਣ ਸਕਦਾ। ਤੇ ਮੈਨੂੰ ਇਹ ਵੀ ਯਾਦ ਆ ਰੰਧਾਵਾ ਜੀ, ਕਿ ਇੱਕ ਵਾਰੀ ਮੈਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਘਰ ਬੈਠਾ ਸੀ, ਬੁਲਾਉਂਦੇ ਹੁੰਦੇ ਸੀ ਪੱਤਰਕਾਰਾਂ ਨੂੰ, ਤੇ ਅਸੀਂ ਜੀ ਸੋਚਿਆ ਜੀ ਹੁਣ ਤੁਸੀਂ ਅਗਲੀ ਵਾਰੀ ਜਿਹੜੀ ਚੋਣਾਂ ਲੜਨ ਜਾ ਰਹੇ ਹੋ ਸਨ ਹੂੰ 2017 ਦੀਆਂ, ਉਦੋਂ ਕਿਹਨੂੰ ਮੁੱਖ ਮੰਤਰੀ ਤੁਸੀਂ ਬਣਾਓਗੇ? ਕੀ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਾਓਗੇ? ਉਹਨਾਂ ਨੂੰ ਜੀ ਥਾਪੋਗੇ ਜਾਂ ਉਹਨਾਂ ਨੂੰ ਪ੍ਰੋਜੈਕਟ ਕਰੋਗੇ? ਤੇ ਉਹ ਕਹਿੰਦੇ ਮੈਂ 6ਵੀਂ ਵਾਰੀ ਵੀ ਮੁੱਖ ਮੰਤਰੀ ਬਣਨਾ। ਇਹ ਨਾ ਸੋਚੋ ਹੂੰ ਕਿ ਮੈਂ ਆਪਣੀ ਪਾਰੀ ਖੇਲ ਲਈ ਆ। ਕਹਿਣ ਦਾ ਮਤਲਬ ਆ ਕਿ ਉਹਨਾਂ ਨੇ ਹਮੇਸ਼ਾ ਹੀ, ਔਰ ਆਪਾਂ ਨੂੰ ਇਹ ਵੀ ਪਤਾ, ਜਦੋਂ ਬਾਕੀ ਜੇ ਪੂਰੀ ਆਪਾਂ ਭਾਰਤ ਦੇ ਵਿੱਚ ਝਾਤ ਮਾਰੀਏ, ਜਿਨ੍ਹਾਂ ਦੇ ਰਾਜਨੀਤੀ ਜਾਂ ਸਿਆਸੀ ਪਰਿਵਾਰਾਂ ਦੇ ਮੁੰਡੇ ਸੀ ਜਾਂ ਬੱਚੇ ਸੀ, ਉਹਨਾਂ ਨੂੰ ਬਹੁਤ ਪਹਿਲਾਂ ਥਾਪ ਦਿੱਤਾ ਜਾਂਦਾ। ਔਰ ਇਹ ਗੱਲ ਇਹ ਵੀ ਹਲਕਿਆਂ ਦੇ ਵਿੱਚ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਵਿੱਚ ਇਹ ਆਮ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ 5 ਸਾਲ ਪਹਿਲਾਂ, ਜਦੋਂ 10 ਸਾਲ ਸਰਕਾਰ ਰਹਿੰਦੀ ਆ, ਤੇ ਉਹਨਾਂ ਨੂੰ ਹੂੰ ਥਾਪ ਦੇਣਾ ਚਾਹੀਦਾ ਸੀ, ਤਾਂ ਕਿ ਉਹਨਾਂ ਨੂੰ ਪੂਰਾ ਤਜਰਬਾ ਹੋ ਜਾਂਦਾ। ਹਾਲਾਂਕਿ ਉਹ ਡਿਪਟੀ ਸੀਐਮ ਰਹਿੰਦੇ ਹੋਏ ਵੀ ਉਹਨਾਂ ਕੋਲੇ ਸਾਰੀਆਂ ਤਾਕਤਾਂ ਸੀ। ਸੋ ਜੀ ਇਹ ਗੱਲ ਫੇਰ ਦੁਬਾਰਾ ਉਸ ਤੇ ਆਉਨੇ ਆ ਕਿ ਲੋੜ ਪੈ ਗਈ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰਣਨੀਤੀਕਾਰਾਂ ਨੇ ਬਿਲਕੁਲ ਇਹ ਵੀ ਗੱਲ ਪੁਖਤਾ ਕਿ ਉਹਨਾਂ ਨੇ ਵੀ ਕਿਹਾ ਕਿ ਜੋ ਭਰੋਸਾ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀਆਂ ਗੱਲਾਂ ਤੇ ਆ, ਤਾਂ ਜਿਸ ਹੂੰ ਤਰ੍ਹਾਂ ਦਾ ਵਿਸ਼ਵਾਸ ਉਹਨਾਂ ਤੇ ਆ, ਉਸ ਤਰ੍ਹਾਂ ਦਾ ਕਿਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਣ ਜਾਂ ਬਿਕਰਮ ਸਿੰਘ ਮਜੀਠੀਆ ਹੋਣ ਜਾਂ ਹਰਸਿਮਰਤ ਕੌਰ ਬਾਦਲ ਹੋਣ, ਉਹਨਾਂ ਤੇ ਨਹੀਂ ਬਣ ਪਾ ਰਿਹਾ। ਇਹ ਗੱਲ ਹੁਣ ਅੱਜ ਕੱਲ੍ਹ ਸਾਹਮਣੇ ਆਉਂਦੀ ਹੈ। ਔਰ ਤੁਸੀਂ ਯਾਦ ਕਰੋ, ਜਿਨ੍ਹਾਂ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਕਰਦੇ ਹੁੰਦੇ ਸੀ, ਅਕਸਰ ਜਦੋਂ ਖਾਸ ਤੌਰ ਤੇ ਚੋਣਾਂ ਨੇੜੇ ਆਉਂਦੀਆਂ ਸੀ, ਤਾਂ ਸੰਗਤ ਦਰਸ਼ਨ ਉਹਨਾਂ ਦੇ ਬਹੁਤ ਪਪੂਲਰ ਹੁੰਦੇ ਸੀ, ਲੋਕ ਜਾਂਦੇ ਸੀ। ਹਾਲਾਂਕਿ ਆਡਿਟ ਰਿਪੋਰਟ ਦੇ ਵਿੱਚ ਉਹਨਾਂ ਤੇ ਵੀ ਕਈ ਤਰ੍ਹਾਂ ਦੀਆਂ ਉਣਤਾਈਆਂ ਪਾਈਆਂ ਗਈਆਂ, ਜੀ ਬਾਅਦ ਚ ਆਪਾਂ ਨੂੰ ਜੀ ਪਤਾ ਜੀ ਲੱਗਾ। ਹੂੰ ਲੇਕਿਨ ਉਹਨਾਂ ਦਾ ਲੋਕਾਂ ਦੇ ਨਾਲ ਰਾਬਤਾ ਰੱਖਣਾ ਲਗਾਤਾਰ, ਉਹ ਬਿਊਰੋਕ੍ਰੇਸੀ ਨੂੰ ਕਹਿੰਦੇ ਹੁੰਦੇ ਸੀ, ਅਫਸਰਾਂ ਨੂੰ ਕਹਿੰਦੇ ਹੁੰਦੇ ਸੀ ਕਿ ਜਾ ਕੇ ਪਿੰਡਾਂ 'ਚ ਜਾਇਆ ਕਰੋ। ਤੁਸੀਂ ਪਿੰਡਾਂ 'ਚ ਨਹੀਂ ਜਾਂਦੇ, ਇੱਥੇ ਸੈਕਟਰੀਏਟ 'ਚ ਬੈਠੇ ਰਹਿੰਦੇ ਹੋ, ਇਸ ਕਰਕੇ ਲੋਕਾਂ ਨਾਲ ਤੁਹਾਡਾ ਰਾਬਤਾ ਨਹੀਂ ਆ। ਇਸੇ ਕਰਕੇ ਜਿਹੜੀਆਂ ਤੁਸੀਂ ਪਾਲਿਸੀਜ਼ ਬਣਾਉਂਦੇ ਹੋ, ਇੱਥੇ ਤੁਸੀਂ ਵੱਡੇ ਵੱਡੇ 에ਅਰ ਕੰਡੀਸ਼ਨ ਕਮਰਿਆਂ 'ਚ ਬੈਠ ਕੇ ਬਣਾ ਲੈਂਦੇ ਹੋ। ਜੇ ਲੋਕਾਂ ਨੂੰ ਜਾਣੋਗੇ ਤਾਂ ਤੁਹਾਨੂੰ ਉਹਨਾਂ ਦੀ ਨਬਜ਼ ਪਤਾ ਲੱਗੂਗੀ, ਉਹਨਾਂ ਦਾ ਦੁੱਖ ਪਤਾ ਲੱਗੂਗਾ, ਉਹਨਾਂ ਦਾ ਦਰਦ ਪਤਾ ਲੱਗੂਗਾ। ਜੀ ਰੰਧਾਵਾ ਜੀ। ਗੱਲ ਇਹ ਹੈ ਮਨਪ੍ਰੀਤ ਜੀ, ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ੈਲੀ ਨੂੰ ਦੇਖੀਏ, ਵਰਕਿੰਗ ਨੂੰ ਦੇਖੀਏ, ਤਾਂ 5 ਵਾਰ ਮੁੱਖ ਮੰਤਰੀ ਬਣਨ ਦੇ ਪਿੱਛੇ ਇਹੀ ਰਾਜ ਸੀ ਕਿ ਉਹ ਢਿੱਡ ਦੇ ਬੜੇ ਪੱਕੇ ਸੀ। ਆਪਣੀ ਗੱਲ ਜਿਹੜੀ ਆ ਉਹ ਵੋਕਲ ਨਹੀਂ ਸੀ ਹੈਗੇ ਉਹ ਕਹਿਣ ਦੇ ਵਿੱਚ, ਔਰ ਦੂਜਿਆਂ ਦੀ ਸੁਣਦੇ ਜ਼ਿਆਦਾ। ਕਿਸੇ ਨਾਲ ਬੁਰਾ ਬੋਲਦੇ ਨਹੀਂ ਸੀ, ਕਿਸੇ ਨਾਲ ਜ਼ਿਆਦਾ ਖੁੱਲਦੇ ਨਹੀਂ ਸੀ, ਪਰ ਉਹ ਢਿੱਡ ਦੇ ਬੜੇ ਪੱਕੇ ਸੀ। ਜਿਹਦੇ ਖਿਲਾਫ ਹੋ ਗਏ, ਫਿਰ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਗਲ ਚ ਲਿਆ, ਕੱਛ ਚ ਲਿਆ, ਜੱਫੀ ਚ ਲਿਆ, ਲਮਕਦਾ ਹੀ ਨਜ਼ਰ ਆਇਆ ਬੰਦਾ ਉੱਤੋਂ ਤੇ ਤੁਹਾਡਾ ਬਹੁਤ ਹੈ। ਉਹਨਾਂ ਦਾ ਆਮ ਪੈਟ ਡਾਇਲੌਗ ਸੀ ਕਿ ਤੁਹਾਡਾ ਬਹੁਤ ਹੈ ਸਰਦਾਰ ਜੀ, ਕਾਕਾ ਜੀ। ਲੇਕਿਨ ਪਤਾ ਉਦੋਂ ਲੱਗਦਾ ਸੀ ਜਦੋਂ ਬਾਦਲ ਸਾਹਿਬ ਦੀ ਮਾਰ ਥੱਲੇ ਬੰਦਾ ਆਇਆ, ਸੋਚਦਾ ਵੀ ਹੁਣ ਕਿਹੜੇ ਰਾਹ ਨੇ। ਮੈਂ ਜਦੋਂ ਦੋ ਵੱਡੇ ਧਨੰਤਰਾਂ ਨੂੰ ਵੇਖਦਾ, ਕੈਪਟਨ ਅਮਰਿੰਦਰ ਸਿੰਘ ਔਰ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਰਾਜ ਕੀਤਾ, ਸੱਚਮੁੱਚ ਰਾਜ ਕੀਤਾ, ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਤੋਂ, ਆਪਣੇ ਵੱਡੇ ਘਰਾਂ ਤੋਂ ਬਾਹਰ ਨਹੀਂ ਨਿਕਲੇ, ਭਾਵੇਂ ਉਹਨਾਂ ਦਾ ਅਧਿਕਾਰਤ ਸੀਐਮ ਹਾਊਸ ਸੀ, ਫਾਰਮ ਹਾਊਸ ਸੀ, ਮੋਤੀ ਮਹਿਲ ਸੀ, ਨਹੀਂ ਨਿਕਲੇ। ਤੇ ਉਹ ਕਹਿੰਦੇ ਰਹੇ, ਨਿੰਦਦੇ ਰਹੇ ਪ੍ਰਕਾਸ਼ ਸਿੰਘ ਬਾਦਲ ਕਿ ਜਿਹੜਾ ਕੰਮ ਇੱਕ BDO, ਇੱਕ ਤਹਿਸੀਲਦਾਰ ਜਾਂ ਇੱਕ ਪੰਚਾਇਤ ਸੈਕਟਰੀ ਕਰ ਸਕਦਾ, ਉੱਥੇ ਚੈੱਕ ਵੰਡਣ ਜਾਣ ਦੀ ਆਪ ਕੀ ਲੋੜ ਆ, ਕੰਮ ਕਰਨਾ ਚਾਹੀਦਾ। ਦੋਨਾਂ ਦੇ ਦੌਰ ਦੇ ਵਿੱਚ ਪੰਜਾਬ ਨਾਲ ਜੱਗੋਂ ਤੇਰਵੀਂ ਹੋਈ ਆ। ਨਾ ਪ੍ਰਕਾਸ਼ ਸਿੰਘ ਬਾਦਲ ਨੇ ਨਿੱਠ ਕੇ ਬਹਿ ਕੇ ਸਕੱਤਰੇਤ 'ਚ ਕੰਮ ਕੀਤਾ, ਤੇ ਨਾ ਕੈਪਟਨ ਅਮਰਿੰਦਰ ਸਿੰਘ ਸਕੱਤਰੇਤ ਵਿੱਚ ਗਏ। ਵਰਕ ਕਲਚਰ ਦੋਨਾਂ ਨੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਉਂਝ ਸਰਦਾਰ ਸੁਖਬੀਰ ਸਿੰਘ ਬਾਦਲ ਅਕਸਰ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਸਵੇਰੇ 5 ਵਜੇ ਚੱਲ ਪੈਂਦੇ ਨੇ ਤੇ ਗਈ ਰਾਤ ਤੱਕ ਉਹ ਕੰਮ ਕਰਦੇ ਆ। ਜਿਹੜਾ ਉਹ ਕੰਮ ਕਰਦੇ ਆ, ਉਸ ਕੰਮ ਨੇ ਉਹਨਾਂ ਨੂੰ ਵੱਡਾ ਪੋਲੀਟੀਸ਼ੀਅਨ ਔਰ 5 ਵਾਰ ਮੁੱਖ ਮੰਤਰੀ ਤੇ ਬਣਾਤਾ। ਲੇਕਿਨ ਪੰਜਾਬ ਉਹਨਾਂ ਸੋਹਣਾ ਨਹੀਂ ਬਣ ਸਕਿਆ ਜਿੰਨਾ ਬਣਨਾ ਚਾਹੀਦਾ ਸੀ। ਮੈਂ ਇਹ ਸਵਾਲ ਅੱਗੇ ਤਾਂ ਤੁਹਾਡੇ ਕੋਲ ਵਧਾ ਰਿਹਾ ਕਿਉਂਕਿ ਤੁਸੀਂ ਇਹਨਾਂ ਘੇਰਿਆਂ 'ਚ ਵਿਚਰਦੇ ਹੋ। ਸੁਖਬੀਰ ਸਿੰਘ ਬਾਦਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ ਦਿਨ ਸ਼ਤਾਬਦੀ ਸਮਾਗਮ 'ਚ ਸੀਗੇ, ਤੇ ਉਹਨਾਂ ਨੇ ਇੱਕ ਉੱਥੇ ਆਪਣਾ ਜਿਹਨੂੰ ਕਹਿੰਦੇ ਕਨਫੈਸ਼ਨ ਕਹਿੰਦੇ ਆ ਜਾਂ ਜੋ ਵੀ ਹੈ, ਉਹ ਕੀਤਾ ਸੀਗਾ ਕਿ ਵਿਅਕਤੀ ਵਿਸ਼ੇਸ਼ ਦੀਆਂ ਗਲਤੀਆਂ ਸੰਸਥਾਵਾਂ ਖਮਿਆਜ਼ਾ ਕਿਉਂ ਭੁਗਤਣ, ਤੁਸੀਂ ਸੰਸਥਾਵਾਂ ਨੂੰ ਸਜ਼ਾ ਨਾ ਦਿਓ ਜਿਹੜੇ ਵਿਅਕਤੀ ਵਿਸ਼ੇਸ਼ ਗਲਤੀਆਂ ਕਰਦੇ ਆ। ਉਹਨਾਂ ਨੇ ਕਿਹਾ ਮੈਂ ਬਤੌਰ ਪ੍ਰਧਾਨ ਗਲਤੀ ਕਰ ਸਕਦਾ, ਸ਼੍ਰੋਮਣੀ ਕਮੇਟੀ ਪ੍ਰਧਾਨ ਕਰ ਸਕਦੇ ਗਲਤੀਆਂ। ਅਸਿੱਧੇ ਤੌਰ ਤੇ ਉਹਨਾਂ ਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਉਹਨਾਂ ਨੂੰ ਬਹੁਤ ਦੇਰ ਪਹਿਲਾਂ ਸ਼ਾਇਦ ਕਰ ਲੈਣੀਆਂ ਚਾਹੀਦੀਆਂ ਸੀ।
ਉਹ ਕਹਿੰਦੇ ਹੁੰਦੇ ਨਾ ਕਿ ਬਹੁਤ ਦੇਰ ਕਰਦੀ ਮਿਹਰਬਾਂ ਆਤੇ ਆਤੇ। ਆਤੇ ਤੇ ਆ। ਮੈਨੂੰ ਇੰਝ ਲੱਗਦਾ ਕਿ ਜਦੋਂ ਉਹ ਇਹ ਚੀਜ਼ਾਂ ਕਰ ਰਹੇ ਸੀ, ਉਸੇ ਹੀ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਵਧਾਇਆ ਜਾ ਰਿਹਾ। ਇਹਨਾਂ ਦੋਵਾਂ ਚੀਜ਼ਾਂ ਦਾ ਬੜਾ ਨੇੜਲਾ ਸੰਬੰਧ ਹੈ। ਜਿਵੇਂ ਪ੍ਰਸ਼ਾਂਤ ਕਿਸ਼ੋਰ ਦੇ ਸਮੇਂ 2014 ਤੋਂ ਹੁਣ ਤੱਕ ਦੀ ਰਣਨੀਤੀ ਚੱਲਦੀ ਹੈ, ਉਵੇਂ ਹੀ ਨੇ, ਵੱਡੀਆਂ ਕੰਪਨੀਆਂ ਨੇ, ਔਰ ਉਹ ਹਰ ਮਾਮਲੇ 'ਚ ਰਾਏ ਦਿੰਦੀਆਂ ਨੇ, ਉਹੀ ਡਿਜ਼ਾਈਨ ਕਰਦੀਆਂ ਨੇ ਮੂਵਜ਼, ਉਹੀ ਤੁਹਾਨੂੰ ਦੱਸਦੀਆਂ ਕਿ ਹੁਣ ਤੁਸੀਂ ਕਿਸ ਤਰ੍ਹਾਂ ਤੁਸੀਂ ਸੰਤਕਾਰਾਂ ਨੂੰ ਮਿਲ ਲਓ, ਤੁਸੀਂ ਲੋਕਾਂ 'ਚ ਜਾ ਕੇ ਸਵਾਲ ਜਵਾਬ ਕਰ ਲਓ, ਤੁਸੀਂ ਉੱਥੇ ਕੈਮਰੇ ਤੇ ਆ ਜਾਓ, ਹਰ ਚੀਜ਼ ਜਿਹੜੀ ਆ ਉਹ ਦਿਖਾਈ ਜਾ ਰਹੀ ਆ। ਤੇ ਜਦੋਂ ਰਣਨੀਤੀਕਾਰ ਇਹ ਕਹਿ ਰਹੇ ਕਿ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿਖਾਉਣ ਦੀ ਲੋੜ ਆ, ਤੇ ਮੈਂ ਉਸ ਸਥਿਤੀ ਦੇ ਵਿੱਚ ਤੁਹਾਡੇ ਕੋਲੋਂ ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਬਦਲਦਿਆਂ ਦੇਖਾਂ। ਸੁਖਬੀਰ ਸਿੰਘ ਬਾਦਲ ਉਸੇ ਰੋਲ 'ਚ ਰਹਿਣਗੇ ਜਾਂ ਪ੍ਰਕਾਸ਼ ਸਿੰਘ ਬਾਦਲ ਵਾਲੀ ਲੀਕ ਨੂੰ ਥੋੜਾ ਜਿਹਾ ਵੱਡਾ ਖਿੱਚ ਲਿਆ ਜਾਊਗਾ, ਵੱਡੀ ਕਰ ਲਈ ਜਾਊਗੀ, ਤੇ ਕੁਦਰਤੀ ਤੌਰ ਤੇ ਸਾਰਾ ਫੋਕਸ ਅਕਾਲੀ ਦਲ ਦੇ ਨਜ਼ਰੀਓਂ ਪ੍ਰਕਾਸ਼ ਸਿੰਘ ਬਾਦਲ ਤੇ ਆ ਜਾਊਗਾ। ਤੇ ਫਿਰ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ, ਕੇਂਦਰ ਦੇ ਧੱਕਿਆਂ ਦੀ ਗੱਲ, ਚੰਡੀਗੜ੍ਹ ਦੀ ਗੱਲ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਤੇ ਹੋਰ ਭਾਸ਼ਾਵਾਂ ਦੀ ਗੱਲ, ਤੇ ਕਲਚਰ ਦੀ ਗੱਲ, ਤੇ ਧਰਮਾਂ ਦੀ ਗੱਲ, ਇਹ ਸਾਰੀ ਅੱਗੇ ਵੇਖਣ ਨੂੰ ਮਿਲੂਗੀ। ਰੰਧਾਵਾ ਜੀ, ਮੈਨੂੰ ਯਾਦ ਆਉਂਦਾ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਦਾ ਵਰਕਿੰਗ ਸਟਾਈਲ ਆ ਜਾਂ ਉਹਨਾਂ ਦੀ ਸ਼ੈਲੀ ਹੈ ਕੰਮ ਕਰਨ ਦੀ, ਜੋ ਉਹਨਾਂ ਦੀ ਪੜ੍ਹਾਈ ਲਿਖਾਈ ਹੈ, ਜੋ ਉਹਨਾਂ ਦੀ ਪਰਵਰਿਸ਼ ਆ, ਉਹ ਇੱਕ ਬੜੇ ਵੱਖਰੇ ਮਾਹੌਲ 'ਚ ਹੋਈ ਆ। ਜੀ, ਮੈਨੂੰ ਇਹ ਵੀ ਯਾਦ ਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਹੋਣੀ ਪ੍ਰਧਾਨ ਬਣਦੇ ਨੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕੱਢ ਕੇ ਇੱਥੋਂ ਜਿਹੜੀ ਉਹਨਾਂ ਦੀ ਆਮ ਟ੍ਰੈਡੀਸ਼ਨਲ ਜਿਹੜੀ ਵਿਰਾਸਤ ਦੀ ਜਾਂ ਜਿਹੜੀ ਰਵਾਇਤੀ ਪੋਲਿਟਿਕਸ ਆ ਜਿਸ ਤਰ੍ਹਾਂ ਦੀ, ਉਸ ਚੋਂ ਕੱਢ ਕੇ ਇੱਕ ਵਾਰੀ ਸ਼ਿਮਲੇ ਲੈ ਜਾਂਦੇ ਆ। 5 ਸਟਾਰ ਹੋਟਲ ਦੇ ਵਿੱਚ ਉਹ ਠਹਿਰਦੇ ਨੇ ਤੇ ਉੱਥੇ ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ, ਸਮਾਗਮ ਵੀ ਹੁੰਦੇ ਨੇ। ਮਨਪ੍ਰੀਤ ਸਿੰਘ ਬਾਦਲ ਵੀ ਉਦੋਂ ਜਾਂਦੇ ਆ ਤੇ ਮੈਨੂੰ ਯਾਦ ਆ ਥੋੜੀ ਦੇਰ ਪਹਿਲਾਂ ਖਤਮ ਹੋਣ ਤੋਂ ਪਹਿਲਾਂ ਵਾਪਸ ਆ ਜਾਂਦੇ ਤੇ ਮੈਂ ਉੱਥੇ ਜਾ ਕੇ ਉਹ ਸਾਰਾ ਕਵਰ ਵੀ ਕੀਤਾ ਸੀ। ਇਸ ਤੋਂ ਬਾਅਦ ਉਹ ਉਹਨਾਂ ਨੂੰ ਗੋਆ ਵੀ ਲੈ ਕੇ ਜਾਂਦੇ ਆ। ਗੋਆ ਦੇ ਵਿੱਚ ਵੀ ਇਹ ਸਾਰਾ ਸ਼੍ਰੋਮਣੀ ਅਕਾਲੀ ਦਲ ਜਿਆਦਾ ਬਹੁਤ ਉਹਨਾਂ ਨੂੰ ਉੱਥੇ ਜਾ ਕੇ ਖੁਸ਼ੀ ਵੀ ਪ੍ਰਾਪਤ ਹੁੰਦੀ ਆ। ਲੇਕਿਨ ਬਾਅਦ ਦੇ ਵਿੱਚ ਉਹਨਾਂ ਦੀ ਇਸੇ ਗੱਲ ਕਰਕੇ ਆਲੋਚਨਾ ਹੁੰਦੀ ਹੈ ਕਿ ਨਹੀਂ, ਸਾਡੀ ਜਿਹੜੀ ਪੋਲਿਟਿਕਸ ਆ ਉਹ ਧਰਾਤਲ ਦੀ ਆ, ਲੋਕਾਂ ਦੀ ਆ, ਕਿਸਾਨੀ ਦੀ ਆ, ਪੰਥ ਦੀ ਆ, ਤੇ ਸਾਡੀ ਪੋਲਿਟਿਕਸ ਕਿਤੇ ਨਾ ਕਿਤੇ ਗੁਰਦੁਆਰਿਆਂ ਦੇ ਨਾਲ ਵੀ ਜੁੜੀ ਆ। ਤੇ ਜਦੋਂ ਕਹਿੰਦੇ ਆ ਕਿ ਐਸਜੀਪੀਸੀ ਮਾਂ ਵਾ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਵਿੱਚ ਕੋਈ ਅਤਕਥਨੀ ਨਹੀਂ ਉਹ ਸਮਝਦੇ। ਇਹੀ ਗੱਲ ਤੁਸੀਂ ਕਹੀ ਹੈ ਜਦੋਂ ਸ਼ਤਾਬਦੀ ਸਮਾਰੋਹ ਮਨਾਇਆ ਜਾਂਦਾ ਸੀ, ਜਿੱਥੇ ਇਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਹ ਗੱਲ ਕਹੀ ਕਿ ਦੇਖੋ ਗਲਤੀ ਹੋ ਗਈ ਆ, ਗਲਤੀ ਮੇਰੇ ਤੋਂ ਹੋ ਗਈ ਹੈ, ਲੇਕਿਨ ਮੇਰੀ ਗਲਤੀ ਦੀ ਸਜ਼ਾ ਪੂਰੀ ਸ਼੍ਰੋਮਣੀ ਅਕਾਲੀ ਦਲ ਨੂੰ ਦੋ। ਕੋਈ ਵਿਅਕਤੀ ਗਲਤ ਹੋ ਸਕਦਾ, ਦੇਖੋ ਇਹ ਆਪਣੇ ਆਪ 'ਚ ਬੜੀ ਵੱਡੀ ਗੱਲ ਆ। ਇਹ ਆਪਣੇ ਆਪ 'ਚ ਵੱਡੀ ਗੱਲ ਇਸ ਕਰਕੇ ਆ ਕਿਉਂਕਿ ਸਨ 2015 'ਚ ਜਦੋਂ ਬੇਅਦਬੀ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਬਰਗਾੜੀ ਕਾਂਡ, ਬਹਿਬਲ ਕਲਾਂ, ਕੋਟਕਪੂਰਾ ਗੋਲੀकांड ਹੁੰਦੇ ਨੇ ਤੇ ਫਿਰ ਵਾਕਿਆ ਮਨ ਲੋਕਾਂ ਦਾ ਬਹੁਤ ਖੱਟਾ ਹੁੰਦਾ। ਉਹੀ ਪੰਥ ਦੀ ਸਰਕਾਰ ਘੇਰੇ 'ਚ ਆ ਜਾਂਦੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਜਾਂਚ ਆ ਉਹ ਵੀ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ। ਇਹ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਇਲਮ ਆ, ਇਹ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਹਰ ਪਤਾ ਹੈ। ਇਸੇ ਕਰਕੇ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਰੰਧਾਵਾ ਜੀ, ਇਹ ਵਾਕਿਆ ਬਹੁਤ ਮਾਇਨੇ ਰੱਖਦੀ ਹੈ। ਇਹ ਵਾਕਿਆ ਬੜੀ ਵੱਡੀ ਗੱਲ ਆ ਕਿ ਇਹੀ ਗੱਲ ਜੇ ਸ਼ੁਰੂ ਦੇ ਵਿੱਚ ਕੀਤੀ ਹੁੰਦੀ ਕਿ ਠੀਕ ਹੈ ਸਾਡੇ ਤੋਂ ਗਲਤੀ ਹੋਈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਮਜਬੂਰੀ 'ਚ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਜਿਹੜੀ ਇਨਕੁਆਇਰੀ ਸੀ ਉਹ ਸਾਨੂੰ ਸੀਬੀਆਈ ਨੂੰ ਦੇਣੀ ਪਈ। ਇਹ ਸਾਰੀਆਂ ਤਮਾਮ ਗੱਲਾਂ ਹੋਈਆਂ। ਲੇਕਿਨ ਉਸ ਤੋਂ ਬਾਅਦ ਆ ਜਿਹੜੇ 4.5 ਪੌਣੇ 5 ਸਾਲ ਜਦੋਂ ਕਾਂਗਰਸ ਦੀ ਸਰਕਾਰ ਰਹੀ, ਦਬਾਅ ਉਸੇ ਤਰ੍ਹਾਂ ਦਾ ਰਹਿਣਾ ਚਾਹੀਦਾ ਸੀ ਕਿ ਸਾਨੂੰ ਤੁਸੀਂ ਇਹ ਬੇਅਦਬੀ ਦੇ ਮਸਲੇ ਹੱਲ ਕਰਕੇ ਦਿਖਾਓ ਜੀ, ਕਮ ਸੇ ਕਮ। ਘੱਟੋ ਘੱਟ ਦਬਾਅ ਖੈਰ ਨਹੀਂ ਬਣਿਆ ਕਿਉਂਕਿ ਕਿਤੇ ਨਾ ਕਿਤੇ ਉਂਗਲੀਆਂ ਉਹਨਾਂ ਵੱਲ ਵੀ ਨਜ਼ਰ ਆਉਂਦੀਆਂ ਸੀ ਕਿ ਤੁਹਾਡੀ ਸਰਕਾਰ ਵੇਲੇ ਵੀ ਸਾਰਾ ਕੁਝ ਨਹੀਂ ਹੋਇਆ। ਸੋ ਹੁਣ ਇਸ ਵੇਲੇ ਇਹ ਗੱਲ ਕਰਨੀ ਸਿਰਫ ਇਹੀ ਹੈ, ਲੋਕਾਂ ਤੱਕ ਪਹੁੰਚਣਾ, ਆਪਣੇ ਵੋਟਰਸ ਤੱਕ ਪਹੁੰਚਣਾ, ਆਪਣੀ ਸਪੋਰਟ ਤੱਕ ਪਹੁੰਚਣਾ ਔਰ ਇਹ ਕਨਫੈਸ਼ਨ ਕਰਨੀ। ਤੁਸੀਂ ਬਿਲਕੁਲ ਠੀਕ ਹੈ, ਆਪਣੇ ਆਪ 'ਚ ਮੰਨਣਾ ਇਹ ਗੱਲ ਆਪਣੇ ਕਿ ਮੇਰੇ ਤੋਂ ਗਲਤੀ, ਯਾਨੀ ਕਿ ਸਰਕਾਰ ਤੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ। ਔਰ ਵਾਕਿਆ ਤੁਹਾਡੀ ਗੱਲ ਠੀਕ ਹੈ, ਜਿਹੜੀਆਂ ਸੰਸਥਾਵਾਂ ਹੁੰਦੀਆਂ ਉਹ ਚੱਲਦੀਆਂ ਰਹਿੰਦੀਆਂ, ਵਿਅਕਤੀ ਆਉਂਦੇ ਉਹ ਸੰਸਥਾਵਾਂ ਦੇ ਵਿੱਚ ਥਾਪੇ ਜਾਂਦੇ ਆ। ਔਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਹਰ ਸੰਸਥਾ, ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਹੋਵੇ, ਪ੍ਰਧਾਨ ਮੰਤਰੀ ਦੀ ਕੁਰਸੀ ਹੋਵੇ, ਰਾਸ਼ਟਰਪਤੀ ਦੀ ਕੁਰਸੀ ਹੋਵੇ, ਕੁਰਸੀਆਂ ਨਹੀਂ ਕੁਝ ਕਰਦੀਆਂ, ਵਿਅਕਤੀ ਹੀ ਕੁਝ ਕਰਦੇ ਆ। ਸੋ ਵਿਅਕਤੀਆਂ ਨੇ ਹੀ ਆਪਣੀਆਂ ਗੱਲਾਂ ਮੰਨਣੀਆਂ ਹੁੰਦੀਆਂ ਤੇ ਜੇ ਉਹ ਮੰਨਦੇ ਨੇ, ਮੈਨੂੰ ਗੱਲ ਠੀਕ ਆ। ਦੇਖਦੇ ਆ ਕਿ ਲੋਕੀ ਇਹਨੂੰ ਕਿੰਨਾ ਕੁ ਸਵੀਕਾਰਦੇ ਨੇ, ਕਿੰਨਾ ਕੁ ਮੰਨਦੇ ਨੇ ਤੇ ਕਿੰਨਾ ਕੁ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਤੋਂ ਮੁਤੱਸਰ ਹੁੰਦੇ ਨੇ, ਉਹਨਾਂ ਦੇ ਨਾਲ ਸਹਿਮਤੀ ਰੱਖਦੇ ਨੇ। ਜੀ, ਜਦੋਂ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਨੂੰ ਵੇਖਣਾ ਹੋਵੇ ਮਨਪ੍ਰੀਤ ਜੀ, ਤਾਂ ਉਹ ਤੇਜ਼ ਤਰਾਰ ਰਾਜਨੀਤੀ ਆ ਤੇ ਕੰਮ ਕਰਨ ਤੇ ਫੈਸਲੇ ਲੈਣ ਦੀ ਉਹਨਾਂ ਦੀ ਜਿਹੜੀ ਆਪਣੀ ਪਹੁੰਚ ਹੈ, ਸਮਰੱਥਾ ਹੈ, ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਐਨਡੀਟੀਵੀ ਦੇ ਪ੍ਰੋਗਰਾਮ 'ਚ ਵੀ ਮੰਨਿਆ ਸੀ
ਕਿ ਮੈਂ ਜਦੋਂ ਪੁੱਛਿਆ ਗਿਆ ਸੀ ਕਿ ਤੁਸੀਂ ਸੁਖਬੀਰ ਨੂੰ ਕਿਵੇਂ ਆਂਕਦੇ ਹੋ, ਤੇ ਉਹਨਾਂ ਕਿਹਾ ਸੀ ਵੀ ਮੈਂ ਇਹਨੂੰ ਇਹਦੇ ਫਾਦਰ ਨਾਲੋਂ, ਵੱਡੇ ਬਾਦਲ ਨਾਲੋਂ ਜ਼ਿਆਦਾ ਵਧੀਆ ਮੰਨਦਾ, ਕਿਉਂਕਿ ਇਹ ਫੈਸਲੇ ਲੈਣ ਦੇ ਵਿੱਚ ਜ਼ਿਆਦਾ ਸਮਰੱਥ ਹੈ। ਸੁਖਬੀਰ ਸਿੰਘ ਬਾਦਲ ਨੇ ਰੋਡਸ ਬਣਾਉਣ ਤੋਂ ਲੈ ਕੇ ਜਿਹੜੇ 에ਅਰਪੋਰਟਸ ਤੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਿਹੜੇ ਅਜੋਕੇ ਦੌਰ ਦੀ ਲੋੜ ਸੀਗੀ। ਔਰ ਸੁਖਬੀਰ ਬਾਦਲ ਦੀ ਰਾਜਨੀਤੀ ਨੂੰ ਤੁਸੀਂ ਸਿਰਿਓਂ ਨਹੀਂ ਨਕਾਰ ਸਕਦੇ, ਉਹ ਰਾਜਨੀਤੀ 'ਚ ਬਹੁਤ ਕੁਝ ਬਿਹਤਰ ਵੀ ਆ, ਪਰ ਕੁਰਸੀ ਨਾਲ ਚਿੰਬੜੇ ਰਹਿਣ ਦੀ ਲਾਲਸਾ ਨੇ ਬਹੁਤ ਗਲਤੀਆਂ ਵੀ ਕਰਾਤੀਆਂ। ਰਾਜਨੀਤੀ ਵਿੱਚ ਉਹਨਾਂ ਲੋਕਾਂ ਨੂੰ ਤੁਸੀਂ ਪੁਸ਼ਤ ਪਨਾਹੀ ਦਿੱਤੀ ਜਿਨ੍ਹਾਂ ਲੋਕਾਂ ਦਾ ਮੋਟਿਵ ਸਿਰਫ ਤੇ ਸਿਰਫ ਰਾਜਨੀਤੀ ਨੂੰ ਧੰਦੇ ਵਾਂਗ ਚਲਾਉਣਾ ਸੀ। ਸੁਖਬੀਰ ਬਾਦਲ ਮੁੱਕਰ ਨਹੀਂ ਸਕਦੇ ਕਿ ਉਹਨਾਂ ਦੀ ਗੱਡੀ 'ਚ, ਉਹਨਾਂ ਦੇ ਘਰ 'ਚ, ਉਹਨਾਂ ਦੇ ਦਫ਼ਤਰ 'ਚ, ਉਹਨਾਂ ਦੇ ਆਲੇ ਦੁਆਲੇ 'ਚ ਬਹੁਤ ਸਾਰੇ ਲੋਕਾਂ ਦੀ ਬਹੁਤਾਤ ਰਹੀ ਜਿਨ੍ਹਾਂ ਦਾ ਮਕਸਦ ਸਿਰਫ ਸੱਤਾ ਨਾਲ ਚਿੰਬੜੇ ਰਹਿਣਾ ਸੀ। ਉਹ ਇਸ ਗੱਲ ਦੀ ਨਿਸ਼ਾਨਦੇਹੀ ਕਰਨਾ ਭੁੱਲ ਗਏ ਕਿ ਮੇਰੇ ਬਾਪ ਦੀ ਜਿਹੜੀ ਪੋਲਿਟਿਕਸ ਸੀ ਉਹ ਰਵਾਇਤ ਤੋਂ ਆਈ ਸੀ, ਉਹ ਉਸ 100 ਸਾਲਾ ਇਤਿਹਾਸ ਤੋਂ ਆਈ ਸੀ ਜਿਹਦੇ ਵਿੱਚ ਪੁਰਾਣੇ ਜਥੇਦਾਰਾਂ ਨੂੰ ਵੀ ਸਨਮਾਨ ਦੇ ਕੇ ਅੱਗੇ ਵਧਾਇਆ ਜਾਂਦਾ ਸੀ, ਭਾਵੇਂ ਦਿਓ ਕੁਝ ਨਾ ਦਿਓ, ਪਰਿਵਾਰਵਾਦ ਤਾਂ ਵੱਧਦੇ ਰਹੇ। ਪਰ ਜਿਹੜੀ ਦੌੜ ਪਰਿਵਾਰਵਾਦ ਦੀ ਸੁਖਬੀਰ ਦੇ ਵੇਲੇ ਲੱਗੀ, ਰਿਸ਼ਤੇਦਾਰੀਆਂ 'ਚ ਲੱਗੀ, ਇਹਨੂੰ ਵੀ ਸੁਖਬੀਰ ਨੇ ਰੋਕਣਾ ਸੀ। ਔਰ ਗਾਹੇ ਬਗਾਏ ਪ੍ਰਕਾਸ਼ ਸਿੰਘ ਬਾਦਲ ਦਾ ਇਹ ਦਰਦ ਸਾਹਮਣੇ ਆਉਂਦਾ ਰਿਹਾ। ਪੰਜਾਬ ਦੀ ਰਾਜਨੀਤੀ ਵਿੱਚ ਨੌਜਵਾਨੀ ਨੂੰ ਤੁਸੀਂ ਅੱਗੇ ਤਾਂ ਲਿਆਉਂਦੇ ਸੀ ਫੈਡਰੇਸ਼ਨ ਰਾਹੀਂ, ਸਿੱਖ ਸਟੂਡੈਂਟ ਫੈਡਰੇਸ਼ਨ ਰਾਹੀਂ, ਯੂਥ ਅਕਾਲੀ ਦਲ ਰਾਹੀਂ, ਫਿਰ ਤੁਹਾਡੇ ਕੋਲ ਵੱਡੀਆਂ ਕੋਠੀਆਂ ਤੇ ਵੱਡੀਆਂ ਕਾਰਾਂ ਵਾਲੇ ਉਹ ਛਤਰੀ ਰਾਹੀਂ ਉੱਪਰਲੇ ਪੈਰਾਸ਼ੂਟਰ ਆ ਗਏ ਜਿਨ੍ਹਾਂ ਕੋਲ ਬਹੁਤ ਸਰਮਾਇਆ ਸੀ, ਜਿਨ੍ਹਾਂ ਦੀਆਂ ਆਪਣੀਆਂ ਡਿਸਟਿਲਰੀਜ਼ ਸੀਗੀਆਂ ਤੇ ਜਿਨ੍ਹਾਂ ਦੀਆਂ ਟਰਾਂਸਪੋਰਟਾਂ ਸੀ। ਫਿਰ ਉਹਨਾਂ ਨੂੰ ਤਵੱਜੋ ਦਿੱਤੀ ਜਾਣ ਲੱਗੀ ਸਿਰਫ ਪੈਸੇ ਨਾਲ ਇਲੈਕਸ਼ਨ ਜਿੱਤਣ ਦੇ ਦਮ ਤੇ। ਅੱਜ ਹੁਣ ਪੈਸਾ ਘੱਟ ਪੈ ਗਿਆ, ਕਹਿੰਦੇ ਸੁਖਬੀਰ ਸਿੰਘ ਬਾਦਲ ਕੋਲ ਉਹਨਾਂ ਪੈਸਾ ਹੁਣ ਰਿਹਾ ਨਹੀਂ ਕਿ ਉਹ ਜਿੰਨੇ ਪੈਸੇ ਵਰਤ ਸਕਣ। ਕਾਰੋਬਾਰਾਂ ਦੇ ਸਿਰ ਤੇ ਕਦੇ ਰਾਜਨੀਤੀ ਨਹੀਂ ਚੱਲਦੀ, ਰਾਜਨੀਤੀ ਛੋਟੇ ਤੋਂ ਛੋਟੇ ਵਰਕਰ ਦੇ ਸਿਰ ਤੇ ਚੱਲਦੀ। ਜਿਹੜਾ ਲੜਨ ਮਰਨ ਲਈ ਤਿਆਰ ਹੁੰਦਾ ਸੀ ਉਹਨੂੰ ਕਹਿੰਦੇ ਸੀ ਪੰਥਕ ਰਾਜਨੀਤੀ, ਜਿਹੜੀ ਪੰਥਕ ਰਾਜਨੀਤੀ ਪਿਛਾਂ ਛੱਡ ਕੇ ਕਾਰੋਬਾਰ ਦੀ ਰਾਜਨੀਤੀ ਅਪਣਾਈ ਅਸੀਂ। ਮੈਂ ਛੱਡ ਦਿਆਂ ਇਸ ਗੱਲ ਨੂੰ, ਅਸੀਂ ਸੁਖਬੀਰ ਬਾਦਲ ਦੀ ਰਾਜਨੀਤੀ ਨੂੰ ਸਿਰਿਓਂ ਨਾ ਨਕਾਰੀਏ, ਅਸੀਂ ਉਹਨੂੰ ਇੱਕ ਅਸਫਲ ਰਾਜਨੀਤੀ ਵੀ ਨਾ ਮੰਨੀਏ, ਪਰ ਹਾਲਾਤ ਇਹ ਬਣ ਗਏ ਕਿ ਤੁਹਾਡਾ ਹਰ ਪੈਰ ਅੱਗੇ ਜਾਣ ਵਾਲਾ ਪਿੱਛੇ ਕਿਉਂ ਜਾਂਦਾ, ਇਹਦਾ ਮੁਲਾਂਕਣ ਕਰਨ ਵਾਲਾ ਕੋਈ ਨਹੀਂ ਬਚਿਆ। ਅੱਜ ਵੀ ਤੁਸੀਂ ਇਹ ਸੋਚਣ ਲਈ ਇੱਕ ਸਮਾਂ ਨਹੀਂ ਕੱਢਦੇ ਕਿ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਵਿਚਰ ਰਹੇ ਆ ਕਿ ਉਹ ਤੁਹਾਡੇ ਸੱਚੇ ਸਾਥੀ ਨੇ, ਕਿ ਚਾਪਲੂਸ ਸਦਾ ਤੁਹਾਡੀ ਸਪੋਰਟਰ ਹੁੰਦੇ ਨੇ, ਤੁਹਾਡੇ ਕ੍ਰਿਟਿਕ, ਤੁਹਾਡੇ ਆਲੋਚਕ ਕਿੰਨੇ ਨੇ, ਤੁਹਾਡੇ ਮੂੰਹ ਤੇ ਗੱਲ ਕਹਿਣ ਵਾਲੇ ਤੁਹਾਡੇ ਕਿੰਨੇ ਨੇ, ਜਿਹੜੇ ਤੁਹਾਨੂੰ ਪ੍ਰਧਾਨ ਜੀ ਸਮਝ ਕੇ ਤੁਹਾਡੇ ਕੋਲ ਟਿਕਟ ਲੈਣ ਵਾਲੇ ਜਾਂ ਚੇਅਰਮੈਨੀਆਂ ਲੈਣ ਵਾਲੇ, ਉਹਨਾਂ ਨੂੰ ਤੁਸੀਂ ਆਂਕਣਾ ਬੰਦ ਕਰੋਗੇ। ਜਿਸ ਦਿਨ ਤੁਸੀਂ ਆਪਣੀਆਂ ਗਲਤੀਆਂ ਖੁੱਲੇ ਮਨ ਨਾਲ ਸੁਣਨਾ ਸ਼ੁਰੂ ਕਰੋਗੇ, ਫਿਰ ਤੁਹਾਨੂੰ ਲੱਗੂਗਾ ਕਿ ਗਲਤੀਆਂ ਬਹੁਤ ਹੋਈਆਂ। ਮੈਂ ਛੱਡ ਦਿੰਦਾ ਗੱਲ, ਮਨਪ੍ਰੀਤ ਬਾਦਲ ਦੀ ਗੱਲ ਤੇ ਆ ਜਾਈਏ। ਮਨਪ੍ਰੀਤ ਬਾਦਲ ਕਹਿੰਦੇ ਆ ਕਿ ਸਾਨੂੰ ਸਾਡੇ ਸੂਬੇ ਨੂੰ ਕੋਈ ਪੈਕੇਜ ਦਿਓ, ਅਸੀਂ ਸੁਰੱਖਿਆ ਨਜ਼ਰੀਏ ਤੋਂ ਵੀ ਹੱਕਦਾਰ ਹੈ, ਅਸੀਂ ਬਾਰਡਰ ਸਟੇਟ ਹੈ, ਤੁਸੀਂ ਪਹਾੜੀ ਰਾਜਾਂ ਨੂੰ ਸਹੂਲਤਾਂ ਦਿੱਤੀਆਂ, ਸਾਡੇ ਸੰਤ ਸਾਰੀ ਉਧਰ ਸ਼ਿਫਟ ਹੋ ਗਈ, ਸਾਨੂੰ ਵੀ ਉਸੇ ਤਰਜ਼ ਤੇ ਦਿਓ। ਮਨਪ੍ਰੀਤ ਜੀ ਮੈਨੂੰ ਸਮਝਾਓ, ਜਿਹੜੇ ਇੱਥੋਂ ਕਾਰੋਬਾਰ ਪੁੱਟ ਕੇ ਨਾਲ ਦੇ ਸੂਬਿਆਂ 'ਚ ਲੈ ਗਏ, 10-10, 15-15, 18-18% ਉੱਥੇ ਟੈਕਸ ਰਿਆਇਤਾਂ ਵੱਧ ਨੇ, ਉਹਨਾਂ ਦੀ ਪ੍ਰੋਡਕਸ਼ਨ ਖਰਚੇ ਉੱਥੇ ਘੱਟ ਪੈਂਦੇ ਨੇ, ਤੇ ਉਹ ਕਿਉਂ ਵਾਪਸ ਮੁੜਨਗੇ? ਹੁਣ ਕਿਸ ਤੇ ਵਿਸ਼ਵਾਸ ਕਰਨ ਜਦੋਂ ਕਿ ਆਉਂਦੀ ਸਰਕਾਰ ਦਾ ਪਤਾ ਨਹੀਂ ਕਿਹਦੀ ਹੋਣ ਵਾਲੀ ਹੈ। ਮੈਨੂੰ ਦੱਸਿਓ ਜ਼ਰਾ ਕਿ ਇਹ ਰੋਣੇ, ਇਹ ਦੁੱਖ ਪਿਛਲੇ ਸਮਿਆਂ 'ਚ ਨਾ ਲੜਨ ਕਰਕੇ, ਨਿਸਲ ਹੋ ਜਾਣ ਕਰਕੇ, ਮੌਕਾ ਬਮੌਕਾ ਸਟੇਟ ਨਾਲ ਜਿਹੜਾ ਸੈਂਟਰ ਨਾਲ ਤੁਹਾਡੇ ਕੋਲ ਲੜਨ ਦਾ ਮਾਦਾ ਮੁੱਕ ਗਿਆ ਸੀ, ਤੁਸੀਂ ਨਿੱਜੀ ਗਰਜਾਂ ਤੱਕ ਰਹਿ ਗਏ। ਅੱਜ ਕਿਵੇਂ ਲੋਕ ਤੁਹਾਨੂੰ ਖੈਰ ਪਾਉਣ? ਦੇਖੋ, ਜਦੋਂ ਸਰਕਾਰ ਬਿਲਕੁਲ ਆਪਣੇ ਅੰਤਿਮ ਪੜਾਅ 'ਚ, ਆਪਣੇ ਆਖਰੀ ਦੌਰ 'ਚ, ਉਸ ਟਾਈਮ ਮਨਪ੍ਰੀਤ ਸਿੰਘ ਬਾਦਲ ਹੋਣਾ ਨੂੰ ਇਹ ਸਾਰੀਆਂ ਗੱਲਾਂ ਯਾਦ ਆਉਂਦੀਆਂ। ਕੀ ਕੋਈ ਇਸ ਤਰ੍ਹਾਂ ਦੀ ਕਵਾਇਦ ਪੂਰੇ 5 ਸਾਲਾਂ ਦੌਰਾਨ ਹੋਈ? ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਹਿਮਾਚਲ ਪ੍ਰਦੇਸ਼ ਨੂੰ ਉਹ ਸਾਰੀਆਂ ਜਿਹੜੇ ਪਹਾੜੀ ਰਾਜ ਨੇ, ਸੂਬੇ ਨੇ, ਉਹਨਾਂ ਨੂੰ ਟੈਕਸ ਹੌਲੀਡੇ ਦੇ ਨਾਂ ਤੇ ਇੱਕ ਪੈਕੇਜ ਮਿਲਿਆ ਸੀ, 10-10 ਸਾਲ ਦੀਆਂ ਰਿਆਇਤਾਂ ਮਿਲੀਆਂ ਸੀ। ਬਹੁਤ ਸਾਰੀ ਇੰਡਸਟਰੀ, ਖਾਸ ਤੌਰ ਤੇ ਜੇ ਤੁਸੀਂ ਰੰਧਾਵਾ ਜੀ, ਤੁਹਾਨੂੰ ਤਾਂ ਜ਼ਰੂਰ ਪਤਾ ਹੋਊਗਾ, ਬੱਦੀ ਚੰਡੀਗੜ੍ਹ ਦੇ ਨਾਲ ਹੀ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ। ਇੱਥੇ ਪੂਰੀ ਫਾਰਮਾ ਦੀ ਜਿਹੜੀ ਫਾਰਮੇਸੀ ਦੀਆਂ ਜਿਹੜੀਆਂ ਕੰਪਨੀ ਸੀ ਜਾਂ ਫੈਕਟਰੀ ਸੀ, ਉੱਥੇ ਸ਼ਿਫਟ ਹੋ ਗਈਆਂ ਸੀ। ਅੱਜ ਜਦੋਂ ਮਨਪ੍ਰੀਤ ਸਿੰਘ ਬਾਦਲ, ਨਿਰਮਲਾ ਸੀਤਾਰਮਨ ਜਿਹੜੇ ਸਾਡੇ ਵਿੱਤ ਮੰਤਰੀ ਨੇ ਭਾਰਤ ਦੇ, ਉਹਨਾਂ ਨਾਲ ਇੱਕ ਵਰਚੁਅਲ ਮੀਟਿੰਗ ਕਰਕੇ ਇਹੀ ਚੀਜ਼ਾਂ ਮੰਗ ਰਹੇ ਨੇ। ਇੱਕ ਤਾਂ ਉਹ ਕਹਿੰਦੇ ਸਾਨੂੰ ਫਾਰਮਾ ਪਾਰਕ ਦੇ ਦਿਓ, ਇੱਕ ਸਾਨੂੰ ਫੂਡ ਪਾਰਕ ਦੇ ਦਿਓ ਜਾਂ ਟੈਕਸਟਾਈਲ ਪਾਰਕ ਦੇ ਦਿਓ। ਇਹ ਠੀਕ ਆ ਗੱਲਾਂ ਮੰਗਣੀਆਂ, ਔਰ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਹੈ ਕਿ ਸਾਨੂੰ ਹੁਣ ਟੈਕਸ ਹੌਲੀਡੇ ਜਾਂ ਸਾਨੂੰ ਵੀ ਉਸ ਤਰ੍ਹਾਂ ਦਾ ਪੈਕੇਜ ਦਿਓ, ਲੇਕਿਨ ਇਹੀ ਜੇ ਕਵਾਇਦ, ਇਹੀ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿੰਦੀਆਂ ਤਾਂ ਫਿਰ ਕੀ ਗੱਲ ਇਹ ਠੀਕ ਗੱਲ ਨਾ ਹੁੰਦੀ? ਅੱਜ ਅਸੀਂ ਆ ਕੇ ਮੰਗ ਰਹੇ ਹਾਂ, ਉਸ ਦੌਰ 'ਚ ਮੰਗ ਰਹੇ ਹਾਂ ਜਦੋਂ ਇਲੈਕਸ਼ਨ ਆ। ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ,
ਜੇ ਇਹਦੇ ਵਿੱਚ ਰਾਜਨੀਤੀ ਸਿਆਸਤ ਵੀ ਲਾ ਲਈ ਜਾਵੇ ਤਾਂ ਕੀ ਲੱਗਦਾ ਕਿ ਤੁਹਾਨੂੰ ਜਿਹੜੇ ਭਾਰਤ ਦੇ ਵਿੱਤ ਮੰਤਰੀ ਆ ਹੁਣ ਇਸ ਤਰ੍ਹਾਂ ਦੇ ਕੋਈ ਵੀ ਪੈਕੇਜ ਦੇਣਗੇ ਜਿੱਥੇ ਬਿਲਕੁਲ। ਉਹਨਾਂ ਦਾ ਸਿਆਸੀ, ਉਹਨਾਂ ਦੀ ਆਪਣੀ ਪਾਰਟੀ ਨੂੰ ਕੋਈ ਸਿਆਸੀ ਲਾਹਾ ਨਹੀਂ ਮਿਲਣਾ? ਕੀ ਹੂੰ। ਸਿਰਫ ਲੋਕਾਂ ਲਈ ਇਹ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ? ਸੋ ਕਹਿਣ ਦਾ ਮਤਲਬ ਲੋਕੀ ਇਹਨੂੰ ਦੇਖਦੇ ਆ, ਲੋਕੀ ਕੋਈ ਮੂਰਖ ਨਹੀਂ ਆ। ਇਹੀ ਜੇ ਕਵਾਇਦ ਤੁਸੀਂ ਲਗਾਤਾਰ ਕੀਤੀ ਹੁੰਦੀ, ਉੱਥੇ ਜਾ ਕੇ ਗੇੜੇ ਮਾਰੇ ਹੁੰਦੇ, ਵਿੱਤ ਮੰਤਰੀਆਂ ਨਾਲ ਤੁਸੀਂ ਪਹਿਲਾਂ ਮੁਲਾਕਾਤਾਂ ਕੀਤੀਆਂ ਹੁੰਦੀਆਂ, ਤੇ ਸ਼ਾਇਦ ਅਸੀਂ ਕਹਿਣ ਜੋਗੇ ਬਣਦੇ ਕਿਉਂਕਿ ਵਿੱਤ ਮੰਤਰੀ ਤਾਂ ਸ਼ੁਰੂ ਤੋਂ ਕੋਈ ਅੱਜ ਨਹੀਂ ਬਣੇ ਇਹ। ਪਿਛਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਉਦੋਂ ਵੀ ਵਿੱਤ ਮੰਤਰੀ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਆ ਉਦੋਂ ਵੀ ਇਹਨਾਂ ਨੂੰ ਵਿੱਤ ਮੰਤਰੀ ਬਣਾਇਆ ਜਾਂਦਾ। ਤਾਂ ਇਹਨਾਂ ਜੀ। ਇਹ ਸਾਰੀ ਸਥਿਤੀ ਤੋਂ ਭਲੀ ਭਾਂਤੀ ਜਾਣੂ ਨੇ। ਤੇ ਉਸ ਤੋਂ ਬਾਅਦ ਜੇ ਮੰਗ ਰਹੇ, ਅਸੀਂ ਇਹ ਨਹੀਂ ਕਹਿ ਰਹੇ ਕਿ ਕੋਈ ਗਲਤ ਕੀਤਾ, ਲੇਕਿਨ ਸਮਾਂ ਜਿਹੜਾ ਹੁੰਦਾ ਉਹ ਇੱਕ ਬਹੁਤ ਅਹਿਮ ਰੋਲ ਇਹ 'ਚ ਅਦਾ ਕਰਦਾ। ਸਮੇਂ ਰਹਿੰਦੇ ਜੇ ਚੀਜ਼ਾਂ ਹੋ ਜਾਣ, ਆਪਾਂ ਹੁਣੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਗੱਲ ਕੀਤੀ ਹੈ ਕਿ ਹਾਂ ਠੀਕ ਆ, ਉਹਨਾਂ ਦਾ ਕੱਦ ਸਿਆਸਤ 'ਚ ਜ਼ਰੂਰ ਵੱਡਾ, ਲੇਕਿਨ ਜੀ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਸੀ, ਉਹ ਨਹੀਂ ਕਰ ਪਾਏ। ਸੋ ਇਸੇ ਕਰਕੇ ਜਦੋਂ ਤੁਹਾਨੂੰ ਮੌਕਾ ਮਿਲਦਾ, ਤੁਹਾਨੂੰ ਕਿਸੇ ਵੀ ਪਦ ਤੇ, ਕਿਸੇ ਅਹੁਦੇ ਤੇ ਜਾਣ ਦਾ, ਤੇ ਉਸੇ ਸਮੇਂ ਜੇ ਕਵਾਇਦ ਸ਼ੁਰੂ ਹੋ ਜੇ, ਕੋਸ਼ਿਸ਼ਾਂ ਸ਼ੁਰੂ ਹੋ ਜਾਣ, ਤਾਂ ਸ਼ਾਇਦ ਕੰਮ ਸਿਰੇ ਚੜ ਸਕਦਾ। ਲੇਕਿਨ ਮੈਨੂੰ ਲੱਗਦਾ ਸਮਾਂ ਉਹ ਲੰਘ ਚੁੱਕਾ। ਲੇਕਿਨ ਹਾਂ, ਜੇ ਕੋਸ਼ਿਸ਼ ਕਰ ਰਹੇ ਹੋ, ਉਹ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ, ਕਿਉਂਕਿ ਪੰਜਾਬ ਨੂੰ ਇਸ ਚੀਜ਼ ਦੀ ਬਹੁਤ ਲੋੜ ਆ। ਜੋ ਸਾਡੇ ਆਰਥਿਕ ਹਾਲਾਤ ਨੇ, ਜੋ ਸਾਡੀ ਬੇਰੁਜ਼ਗਾਰੀ ਆ, ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਹ ਚੀਜ਼ ਸਾਨੂੰ ਨਜ਼ਰ ਵੀ ਆਉਂਦੀ ਹੈ ਜੀ। ਬਿਲਕੁਲ ਠੀਕ ਹੈ। ਇੱਕ ਗੱਲ ਕਿਉਂਕਿ ਰਲਦੀ ਸੀ, ਔਰ ਮੈਨੂੰ ਲੱਗਦਾ ਜਿੱਥੇ ਕਿਤੇ ਪੋਜ਼ਿਟਿਵਿਟੀ ਹੋਵੇ ਉਹਦਾ ਜ਼ਿਕਰ ਕਰਨਾ ਬਣਦਾ ਹੈ। ਤੁਸੀਂ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦੀ ਕਰਤੀ, ਕਿਉਂਕਿ ਸਾਰੀ ਇਹ ਪਰਿਵਾਰ ਦੀ ਗੱਲ ਚੱਲ ਰਹੀ ਆ। ਮਨਪ੍ਰੀਤ ਜੀ ਬਾਦਲ ਦਾ ਜਦੋਂ 2 ਦੌਰ ਦਾ ਅਸੀਂ ਵਿੱਤ ਮੰਤਰੀ ਵਜੋਂ ਸਫ਼ਰ ਦੇਖਦੇ ਹਾਂ, ਤੇ ਮੇਰੇ ਖਿਆਲ ਪਹਿਲਾਂ ਬਾਦਲ ਸਾਹਿਬ ਦੇ ਨਾਲ ਜਿੰਨੀ ਨੇੜਤਾ ਮਨਪ੍ਰੀਤ ਦੀ ਸੀ, ਉਨੀ ਸ਼ਾਇਦ ਸੁਖਬੀਰ ਦੀ ਵੀ ਨਹੀਂ ਸੀ, ਜੋ ਮਰਜ਼ੀ ਮਨਾ ਸਕਦੇ ਸੀ। ਤੇ ਦੂਜੀ ਜੀ ਵਾਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੀ ਮੈਂ ਤੁਹਾਨੂੰ ਉਹ ਦੂਨ ਸਕੂਲ ਓਲਡ ਬॉयਜ਼ ਸੁਸਾਇਟੀ ਵਾਲੀ ਗੱਲ ਦੱਸੀ, ਕਹਿੰਦੇ ਜਿੰਨੀ ਸੋਹਣੀ ਇਕੁਏਸ਼ਨ ਮਨਪ੍ਰੀਤ ਔਰ ਕੈਪਟਨ ਅਮਰਿੰਦਰ ਸਿੰਘ ਦੀ ਸੀ, ਮੈਂ ਜਾਣਕਾਰੀ ਲਈ ਵੀ ਇਹਦੇ ਬਾਰੇ ਕੈਪਟਨ ਕੈਂਪ ਚੋਂ, ਤੇ ਉਹ ਬਿਲਕੁਲ ਪੁਖਤਾ ਰਹੀ ਕਿ ਬਹੁਤ ਜ਼ਿਆਦਾ ਨੇੜਤਾ ਸੀ। ਈਵਨ ਸਿੱਧੂ ਨੂੰ ਪਾਸੇ ਹੋਣ ਦਾ ਤੌਰ ਤਰੀਕਾ ਇਹ ਵੀ ਇਹਨਾਂ ਦੀ ਨੇੜਤਾ ਚੋਂ ਕਈ ਵਾਰੀ ਨਿਕਲਿਆ। ਫਿਰ ਕਹਿੰਦੇ ਮਾਝਾ ਬ੍ਰਿਗੇਡ ਪਾਸੇ ਹੋਈ, ਉੱਥੋਂ ਵੀ ਨਿਕਲਿਆ। ਇਹ ਸਾਰੀਆਂ ਗੱਲਾਂ, ਕਈ ਚੀਜ਼ਾਂ ਚੱਲਦੀਆਂ ਰਹੀਆਂ ਕਿ ਮਨਪ੍ਰੀਤ ਜੀ ਹੁਣ ਵੀ ਕਿਤੇ ਸੋਚਦੇ ਆ ਜੇ ਸਿੱਧੂ ਚੰਨੀ ਦੀ ਲੜਾਈ ਟੌਪ ਤੇ ਚਲੇ ਜੇ, ਤੇ ਫਿਰ ਉਹ ਜਿਹੜੀ ਦੂਨ ਸਕੂਲ ਓਲਡ ਬॉयਜ਼ ਸੁਸਾਇਟੀ ਰਾਹੁਲ ਗਾਂਧੀ ਵਾਲੀ ਗੱਲ ਆ, ਤੇ ਉਹਦੇ ਵਿੱਚੋਂ ਇਹ ਹੋ ਸਕਦਾ ਵੀ ਤੁਹਾਡੀ ਤਾਂ ਲੜਾਈ ਨਹੀਂ ਮੁੱਕਦੀ, ਇੱਕ ਸਿਆਣਾ ਬੰਦਾ ਅਸੀਂ ਲਾ ਦਿੰਦੇ ਆ ਮਨਪ੍ਰੀਤ ਬਾਦਲ। 22 ਦੇ ਵਿੱਚ ਮਨਪ੍ਰੀਤ ਬਾਦਲ ਸ਼ਾਇਦ ਉਸ ਕੁਰਸੀ ਵੱਲ ਇਸ ਤਰ੍ਹਾਂ ਵੀ ਦੇਖਦੇ ਪਏ ਆ। ਪਰ ਮੈਂ ਇੱਕ ਪਲ ਲਈ ਇਹ ਦੇਖਾਂ ਕਿ ਮਨਪ੍ਰੀਤ ਜੀ, ਜੇ ਬਤੌਰ ਵਿੱਤ ਮੰਤਰੀ ਤੁਸੀਂ ਅਸਫਲ ਨਹੀਂ ਹੋਏ ਤਾਂ ਸਫਲਤਾਵਾਂ ਜ਼ਰੂਰ ਦੱਸਿਓ, ਤੇ ਜੇ ਅਸੀਂ ਤੁਹਾਨੂੰ ਅਸਫਲ ਨਾ ਵੀ ਮੰਨੀਏ ਤਾਂ ਪ੍ਰਾਪਤੀਆਂ ਜ਼ਰੂਰ ਦੱਸ ਦਿਓ। ਇੱਕ ਗੱਲ ਜਿਹੜੀ ਮੈਂ ਸੁਖਬੀਰ ਬਾਦਲ ਬਾਰੇ ਕਹਿਣੀ ਭੁੱਲ ਗਿਆ, ਕਿਉਂਕਿ ਉਹਨਾਂ ਨੇ ਕੱਲ ਸ਼ਾਇਦ ਨਵਾਂ ਸ਼ਹਿਰ ਦੇ ਵਿੱਚ ਕਿਸੇ ਨੇ ਮਾਈਕ ਫੜ ਕੇ ਉਹਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰਤੇ। ਸੁਖਬੀਰ ਬਾਦਲ ਸਿੰਘ ਨੇ ਬੜੀ ਵਧੀਆ ਗੱਲ ਕੀਤੀ ਵੀ ਤੁਸੀਂ ਅੰਮ੍ਰਿਤਧਾਰੀ ਹੋ। ਉਸ ਬੰਦੇ ਨੂੰ ਕਿਹਾ ਕੀ ਤੁਸੀਂ ਬੇਅਦਬੀ ਕਰਨ ਜਾਂ ਕਰਾਉਣ ਬਾਰੇ ਸੋਚ ਸਕਦੇ ਹੋ? ਕਹਿੰਦੇ ਬਿਲਕੁਲ ਨਹੀਂ। ਤੇ ਕਹਿੰਦੇ ਫਿਰ ਅਸੀਂ ਕਿਵੇਂ ਕਰ ਸਕਦੇ ਹਾਂ? ਇੱਥੇ ਇੱਕ ਗੱਲ ਬਹੁਤ ਧਿਆਨ ਦੇਣ ਵਾਲੀ ਹੈ। ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਏ ਬਾਰੇ ਇਹ ਗੱਲ ਕਹੀ ਕਿ ਉਹ 2.5 ਘੰਟੇ ਸਵੇਰੇ ਪਾਠ ਕਰਦੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਤੇ ਬਿਕਰਮ ਸਿੰਘ ਮਜੀਠੀਆ ਆਸਥਾ ਵਜੋਂ ਸਭ ਤੋਂ ਬਿਹਤਰ ਹੋ ਸਕਦੇ ਆ, ਔਰ ਬਿਹਤਰ ਹੈਗੇ ਨੇ, ਮੈਨੂੰ ਵੀ ਪਤਾ ਨਿੱਜੀ ਤੌਰ ਤੇ। ਔਰ ਮੈਂ ਇਹਦੇ 'ਚ ਇੱਕ ਹੋਰ ਗੱਲ ਕਹਾਂ, ਸੁਖਬੀਰ ਸਿੰਘ ਬਾਦਲ ਦੀ ਜਿਹੜੀ ਦਿੱਲੀ ਰਿਹਾਇਸ਼ ਆ, ਉਹਦੇ ਉੱਤੇ ਸਦਾ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਆ, ਔਰ ਉਹ ਲੜੀ ਆ, ਕਦੇ ਨਹੀਂ ਟੁੱਟੀ। ਤੇ ਮੇਰੇ ਖਿਆਲ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਦੇ ਉੱਥੇ ਪੈਰ ਦੇ ਵਿੱਚ ਜੁੱਤੀ ਵੀ ਨਹੀਂ ਪਾਈ। ਸ਼ਰਧਾਵਾਨ ਬਹੁਤ ਨੇ, ਲੇਕਿਨ ਫਿਰ ਮੈਂ ਕਹਿਣਾ ਕਿ ਬਿਕਰਮ ਸਿੰਘ ਮਜੀਠੀਆ ਬਿਹਤਰੀਨ ਹੋ ਸਕਦੇ ਬਤੌਰ ਸਿੱਖ, ਪਰ ਉਹਨਾਂ ਨੇ ਨਿਸ਼ਾਨਦੇਹੀ ਨਹੀਂ ਕੀਤੀ ਕਿ ਉਹਨਾਂ ਦੇ ਦੁਆਲੇ ਚੱਲਣ ਵਾਲੇ ਲੋਕਾਂ ਦੇ ਘੇਰੇ 'ਚ ਕਿਸ ਕਿਸ ਤਰ੍ਹਾਂ ਦੇ ਲੋਕ ਆਏ। ਸੱਤਾ ਜਦੋਂ ਜੋਬਨ ਤੇ ਸੀ, ਉਸ ਸੱਤਾ ਦੇ ਜੋਬਨ ਤੇ ਇੰਜ ਤਾਂ ਨਹੀਂ ਹੋਇਆ ਕਿ ਨਾਲ ਚੱਲਣ ਵਾਲੇ ਚਿਹਰੇ ਸਾਫ਼ ਲੈ ਕੇ ਆਏ, ਲੇਕਿਨ ਨੀਤਾਂ ਮਾੜੀਆਂ ਲੈ ਕੇ ਆਏ। ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰੀ ਫਿਰ ਉਹ ਸਾਰੀ ਦੀ ਸਾਰੀ, ਜਿਹਨੂੰ ਕਹਿੰਦੇ ਨਾ ਬਰੀਕ ਛਾਨਣਾ ਲਾਉਣ ਦੀ ਲੋੜ ਆ। ਜਿੱਥੇ ਚੰਗੀਆਂ ਗੱਲਾਂ ਨੇ ਚੰਗੀਆਂ ਨੇ, ਪਰ ਜਿੱਥੇ ਪੰਜਾਬ ਮਰਿਆ ਡੁੱਬਿਆ, ਤੁਸੀਂ ਸੱਤਾਵਾਨ ਸੀ, ਤੁਸੀਂ ਉਹਦੀ ਜ਼ਿੰਮੇਵਾਰੀ ਓਟਣ ਤੋਂ ਬਚ ਨਹੀਂ ਸਕਦੇ। ਤੁਸੀਂ ਕਹਿੰਦੇ ਕਿ ਬੇਅਦਬੀਆਂ ਦੇ ਮਾਮਲੇ 'ਚ ਅਸੀਂ ਦੂਜਿਆਂ ਦੇ ਦਬਾਅ ਥੱਲੇ CBI ਨੂੰ ਕੇਸ ਦਿੱਤੇ। ਜੇ ਦਬਾਅ ਥੱਲੇ ਸੱਤਾ 'ਚ ਸਭ ਤੋਂ ਸਿਖਰਲਾ ਬੰਦਾ ਵੀ ਆ ਸਕਦਾ, ਤੇ ਫਿਰ ਉਹ ਜ਼ਿੰਮੇਵਾਰ ਜਾਂ ਲੀਡਰ ਨਹੀਂ ਹੋ ਸਕਦਾ। ਲੀਡਰ ਉਹਨੂੰ ਕਿਹਾ ਜਾਂਦਾ ਜਿਹੜਾ ਮੁਸ਼ਕਲ ਹਾਲਾਤਾਂ ਦੇ ਵਿੱਚ ਬਾਕੀਆਂ ਦੀ ਰਾਏ ਨੂੰ ਦਰਕਨਾਰ ਕਰਕੇ ਸਾਰਿਆਂ ਨੂੰ ਸੇਫ ਕੰਢੇ ਤੇ ਲੈ ਕੇ ਜਾਵੇ। ਲੀਡਰਸ਼ਿਪ ਕੁਆਲਿਟੀ ਇਹੀ ਹੁੰਦੀ ਆ ਕਿ ਉਹ ਫੈਸਲੇ ਲਵੇ, ਔਰ ਉਹ ਫੈਸਲੇ ਕਿਸੇ ਵੇਲੇ ਗਲਤ ਹੋ ਸਕਦੇ ਆ, ਲੇਕਿਨ ਬਹੁਤ ਹੀ ਵਾਰੀ ਉਹ ਠੀਕ ਹੁੰਦੇ ਆ। ਇਹ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਹੁਣ ਤੱਕ ਦੇ ਇਹ ਸਿਲਸਿਲੇ ਨੇ, ਪਰ ਸੁਖਬੀਰ ਸਿੰਘ ਬਾਦਲ ਨੇ ਅਜੇ ਆਪਣੇ ਆਪ ਨੂੰ ਸਾਬਤ ਕਰਨਾ। ਤੁਸੀਂ, ਤੁਹਾਡੀ ਕੋਈ ਟਿੱਪਣੀ ਸੀ, ਜ਼ਰੂਰ ਦੇ ਦਿਓ।
ਤੁਸੀਂ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੋਣਾ ਦੀ ਕਿ ਕਿਸ ਤਰ੍ਹਾਂ ਜਿਹੜੇ ਬਿਕਰਮ ਸਿੰਘ ਮਜੀਠੀਆ 2-2.5 ਘੰਟੇ ਪਾਠ ਕਰਦੇ ਨੇ। ਹੂੰ ਜਦੋਂ ਇਹ ਗੱਲ ਕਰ ਰਹੇ ਸੀ, ਇਹ ਗੱਲ ਅਸਲ 'ਚ ਉਹਨਾਂ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ CII ਦੇ ਸਮਾਗਮ ਦੇ ਦੌਰਾਨ ਕਹੀ ਸੀ। ਉਹ ਮੈਂ ਗੱਲ ਪੂਰੀ ਸੁਣੀ ਵੀ ਆ। ਤੇ ਉਹ ਕਹਿੰਦੇ ਕਈ ਵਾਰੀ ਮੈਂ ਬਿਕਰਮ ਨੂੰ ਮਜ਼ਾਕ ਕਰਦਾ ਹੁੰਨਾ ਕਿ ਤੂੰ ਰੱਬ ਨੂੰ ਤੰਗ ਹੀ ਇੰਨਾ ਕਰਦਾ, ਉਹਨੂੰ ਸੌਣ ਹੀ ਨਹੀਂ ਦਿੰਦਾ, ਪਾਠ ਇੰਨਾ ਕਰਦਾ ਕਿਤੇ ਇਸੇ ਕਰਕੇ ਹੁੰਦਾ ਤੇਰੇ ਤੇ ਇਹ ਸਾਰੇ ਇਲਜ਼ਾਮ ਲੱਗਦੇ। ਸੋ ਹੂੰ ਹਾਲਾਂਕਿ ਗੱਲ ਉਹਨਾਂ ਨੇ ਬੜੇ ਮਜ਼ਾਕ ਨਾਲ ਕਹੀ ਸੀ, ਪਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸਤਾ ਕਿ ਇਹ ਤਾਂ ਬੜੇ ਧਾਰਮਿਕ ਵਿਅਕਤੀ ਨੇ, ਇਹ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਕਰ ਸਕਦੇ। ਦੂਸਰੀ ਗੱਲ ਤੁਹਾਡੇ ਨਾਲ ਮੈਂ ਇਹ ਵੀ ਜੋੜ ਦਿੰਦਾ, ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਉਹਨਾਂ ਦੀ ਲੰਬੀ ਸਿਆਸਤ ਦੀ ਗੱਲ ਕਰਦੇ ਹਾਂ, ਰੰਧਾਵਾ ਜੀ ਉਹਨਾਂ ਤੇ ਕਦੇ ਵੀ ਉਹਨਾਂ ਦੇ ਸਮੇਂ ਦੇ ਦੌਰਾਨ ਨਾ ਕੇਬਲ ਮਾਫੀਆ, ਨਾ ਰੇਤ ਬਜਰੀ ਮਾਫੀਆ, ਨਾ ਬੱਸ ਮਾਫੀਆ, ਜਾਂ ਜਿੰਨੇ ਵੀ ਮਾਫੀਆ ਆਪਾਂ ਗਿਣ ਲਈਏ ਉਹਨਾਂ ਦੇ ਦੌਰਾਨ ਇਹ ਚੀਜ਼ਾਂ ਨਹੀਂ ਹੋਈਆਂ। ਲੇਕਿਨ ਬਾਅਦ ਦੇ ਵਿੱਚ ਜਿਸ ਤਰ੍ਹਾਂ ਹੋਰ ਜਦੋਂ ਯੰਗਸਟਰਸ ਉੱਭਰਦੇ ਨੇ, ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਬਿਕਰਮ ਸਿੰਘ ਮਜੀਠੀਆ ਹੋਣ, ਚਾਹੇ ਹਰਸਿਮਰਤ ਕੌਰ ਬਾਦਲ ਹੋਣ, ਇਹ ਕਹਿੰਦੇ ਆ। ਅਸੀਂ ਨਹੀਂ ਕਹਿੰਦੇ ਕਿ ਇਹਨਾਂ 'ਚ ਕੋਈ ਸੱਚਾਈ ਆ, ਲੇਕਿਨ ਇਹ ਇਲਜ਼ਾਮ ਕਿਸ ਤਰ੍ਹਾਂ ਲੱਗੇ, ਇਹ ਪਰਸੈਪਸ਼ਨ ਕਿਸ ਤਰ੍ਹਾਂ ਬਣੀ, ਇਹਦੇ ਵਿੱਚ ਸੱਚਾਈ ਕਿੰਨੀ ਹੈ ਜਾਂ ਨਹੀਂ ਸੱਚਾਈ, ਚੱਲ ਇਹ ਤਾਂ ਬਾਅਦ ਦੀ ਗੱਲ ਆ। ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਨਿਗਾਰ ਜ਼ਰੂਰ ਆਇਆ ਹੋਏਗਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ। ਜੀ, ਔਰ ਮੇਰੇ ਖਿਆਲ ਅਸੀਂ ਕਾਫੀ ਅੱਗੇ ਵਧ ਆਏ ਆ। ਖਬਰ ਇਹ ਵੀ ਅਸੀਂ ਲੈਣੀ ਬੜੀ ਜ਼ਰੂਰੀ ਸੀਗੀ ਕਿ ਹੁਣ ਤੇ ਭਾਈ ਐਡਵੋਕੇਟ ਜਨਰਲ ਦੀ ਨਿਯੁਕਤੀ ਕਰ ਦਿਓ। 18 ਤਰੀਕ ਨੂੰ ਨਸ਼ਿਆਂ ਵਾਲਾ ਅਹਿਮ ਕੇਸ ਆ, ਬੇਅਦਬੀ ਦੇ ਅਹਿਮ ਕੇਸ ਚੱਲਦੇ ਪਏ ਆ। ਹਰ ਦਿਨ ਦੇ ਆਧਾਰ ਤੇ ਅਦਾਲਤਾਂ ਦੇ ਵਿੱਚ ਸਰਕਾਰ ਦੀ ਨੁਮਾਇੰਦਗੀ ਹੋਣੀ ਹੁੰਦੀ ਆ। ਕੌਣ ਕਰੇਗਾ ਜੇ ਕੋਈ ਖਸਮ ਹੀ ਨਾ ਹੋਇਆ, ਜੇ ਮਾਲਕ ਹੀ ਕੋਈ ਨਾ ਹੋਇਆ, ਕਰ ਦਿਓ ਭਾਈ। ਤੇ ਦੂਜੀ ਗੱਲ ਕਿ ਜੇਕਰ ਸੱਚਮੁੱਚ ਤੁਸੀਂ ਸਿੰਸੀਅਰ ਹੋ, ਤੁਸੀਂ ਸੰਜੀਦਾ ਹੋ, ਤਾਂ ਫਿਰ ਜਿਹੜੇ ਬਿਜਲੀ ਸਮਝੌਤੇ ਆ ਉਹਨਾਂ ਦੀ ਵੀ ਮਹੀਨੇ 'ਚ ਜਾਂਚ ਕਰਾ ਲਓ। ਲੋਕਾਂ ਨੂੰ ਲੱਗੇ ਤਾਂ ਸਹੀ ਵੀ ਕੋਈ ਕੁਝ ਕਰਨਾ ਚਾਹੁੰਦਾ, ਨਿੱਤਰ ਕੇ ਤਾਂ ਆ ਜੇ। ਕੋਈ ਜ਼ਿੰਮੇਵਾਰ ਅਫਸਰ ਹੋਣ ਜਾਂ ਕੋਈ ਹੋਣ, ਉਹ ਸਾਹਮਣੇ ਨੰਗੇ ਚਿੱਟੇ ਤਾਂ ਹੋਣ। ਸੋ ਮੈਨੂੰ ਲੱਗਦਾ ਮਨਪ੍ਰੀਤ ਜੀ ਅੱਜ ਅਸੀਂ ਹੋਰ ਜ਼ਿਆਦਾ ਅੱਗੇ ਨਾ ਵਧੀਏ, ਆਪਾਂ 27 ਮਿੰਟ ਤੱਕ ਪਹੁੰਚ ਗਏ ਹਾਂ। ਤੇ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।